ਸਤਿ ਸ਼੍ਰੀ ਅਕਾਲ ਜੀ ਪਿਆਰੇ ਬੱਚਿਓ। ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਕ੍ਰਿਸ਼ ਐਜੂਟੈਕ। ਸੋ ਪਿਆਰੇ ਬੱਚਿਓ, ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਸਾਹਮਣੇ ਦਿੱਤੇ ਬੈਲ ਆਈਕਨ ਤੇ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਵੀਡੀਓ ਪ੍ਰਾਪਤ ਹੋਣ। ਆਓ ਅਸੀਂ ਚੱਲਦੇ ਹਾਂ ਅੱਜ ਦੀ ਵੀਡੀਓ ਵੱਲ। ਸੋ ਪਿਆਰੇ ਬੱਚਿਓ, ਅੱਜ ਅਸੀਂ ਵੀਡੀਓ ਵਿੱਚ ਜਮਾਤ 10ਵੀਂ ਦਾ ਅਧਿਆਇ ਨੰਬਰ 15 ਸਾਡਾ ਵਾਤਾਵਰਨ, ਉਸ ਦੇ ਵਿੱਚੋਂ ਦਿੱਤੇ ਹੋਏ ਟੌਪਿਕ ਨੇ ਉਹ ਅਸੀਂ ਇਸ ਵੀਡੀਓ ਵਿੱਚ ਪੂਰੇ ਕਰਾਂਗੇ। ਸੋ ਐਂਡ ਤੱਕ ਵੀਡੀਓ ਦੇਖਣਾ ਬਹੁਤ ਜ਼ਰੂਰੀ ਹੈ। ਆਓ ਅਸੀਂ ਚੱਲਦੇ ਹਾਂ ਆਪਣੇ ਪਾਠ ਸਾਡੇ ਵਾਤਾਵਰਨ ਵੱਲ। ਸੋ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਨਵਾਇਰਮੈਂਟ ਦਾ ਮਤਲਬ ਕੀ ਹੁੰਦਾ ਹੈ। ਇੰਗਲਿਸ਼ ਵਿੱਚ ਅਗਰ ਗੱਲ ਕਰਾਂ ਤਾਂ ਇਸ ਦੀ ਸਿੰਪਲ ਡੈਫੀਨੇਸ਼ਨ ਹੈ everything that surrounds us is environment। ਸਾਡੇ ਆਲੇ ਦੁਆਲੇ ਨੂੰ ਵਾਤਾਵਰਨ ਆਖਦੇ ਹਨ। ਹੁਣ ਇਹਦੇ ਦੋ ਭਾਗ ਹੁੰਦੇ ਹਨ। ਪਹਿਲਾ ਭਾਗ ਤੁਹਾਡੇ ਸਾਹਮਣੇ ਲਿਖਿਆ ਹੈ ਬਾਇਓਟਿਕ, ਦੂਸਰਾ ਭਾਗ ਹੈ ਨॉन ਬਾਇਓਟਿਕ। ਬਾਇਓਟਿਕ ਦਾ ਮਤਲਬ ਜੈਵਿਕ ਲਿਵਿੰਗ ਕੰਪੋਨੈਂਟਸ ਤੇ ਨॉन ਬਾਇਓਟਿਕ ਦਾ ਮਤਲਬ ਹੈ ਨॉन ਲਿਵਿੰਗ ਕੰਪੋਨੈਂਟਸ ਅਜੈਵਿਕ। ਸੋ ਇਹਦੇ ਬਾਰੇ ਅਸੀਂ ਅਗਲੀ ਸਲਾਈਡ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਬਾਇਓਟਿਕ ਤੇ ਨॉन ਬਾਇਓਟਿਕ ਐਲੀਮੈਂਟਸ ਜਾਂ ਕੰਪੋਨੈਂਟਸ ਕਿਹੜੇ ਹੁੰਦੇ ਹਨ। ਇਸ ਦੇ ਇਲਾਵਾ ਮੈਂ ਇਸ ਵੀਡੀਓ ਵਿੱਚ ਐਡ ਕਰ ਦੇਵਾਂ ਕਿ ਇਨਵਾਇਰਮੈਂਟ ਦੇ ਜਿਹੜੇ ਕੰਪੋਨੈਂਟ ਹੁੰਦੇ ਹਨ, ਬੇਸਿਕਲੀ ਤਿੰਨ ਤਰ੍ਹਾਂ ਦੇ ਕੰਪੋਨੈਂਟ ਹੁੰਦੇ ਹਨ। ਇੰਗਲਿਸ਼ ਵਿੱਚ ਪਹਿਲੇ ਕੰਪੋਨੈਂਟ ਨੂੰ ਮੈਂ ਕਹਿ ਦਿੰਦਾ ਐਟਮੋਸਫੇਅਰ, ਦੂਸਰਾ ਹਾਈਡਰੋਸਫੇਅਰ, ਤੀਸਰਾ ਲਿਥੋਸਫੇਅਰ। ਲਿਥੋਸਫੇਅਰ ਤੋਂ ਭਾਵ ਹੈ ਕਿ ਜਿਹੜਾ ਵੀ ਇਨਵਾਇਰਮੈਂਟ ਜ਼ਮੀਨੀ ਲੈਵਲ 'ਤੇ ਉਸਨੂੰ ਅਸੀਂ ਲਿਥੋਸਫੇਅਰ ਕਹਿ ਦਿੰਦੇ ਹਾਂ। ਹਾਈਡਰੋਸਫੇਅਰ ਤੋਂ ਭਾਵ ਹੈ ਕਿ ਜਿਹੜਾ ਪਾਣੀ 'ਤੇ ਹੈ ਉਸ ਨੂੰ ਅਸੀਂ ਹਾਈਡਰੋਸਫੇਅਰ ਕਹਿ ਦਿੰਦੇ ਹਾਂ। ਐਟਮੋਸਫੇਅਰ ਦੇ ਵਿੱਚ ਆ ਜਾਂਦੀਆਂ ਹਨ ਗੈਸਾਂ ਵਗੈਰਾ ਜਾਂ ਜੋ ਵੀ ਵਾਯੂਮੰਡਲ ਦੇ ਵਿੱਚ ਹੈ, ਅਸੀਂ ਉਸਨੂੰ ਐਟਮੋਸਫੇਅਰ ਕਹਿ ਦਿੰਦੇ ਹਾਂ। ਸੋ ਇਹ ਤਿੰਨ ਕੰਪੋਨੈਂਟ ਨੇ ਇਨਵਾਇਰਮੈਂਟ ਦੇ, ਹਾਈਡਰੋਸਫੇਅਰ, ਲਿਥੋਸਫੇਅਰ ਤੇ ਐਟਮੋਸਫੇਅਰ। ਮਿਲਾ ਕੇ ਇਹਨਾਂ ਨੂੰ ਅਸੀਂ ਕਹਿ ਦਿੰਦੇ ਬਾਇਓਸਫੇਅਰ। ਠੀਕ ਹੈ। ਸੋ ਦੋ ਤਰ੍ਹਾਂ ਦੇ ਕੰਪੋਨੈਂਟ ਪੜ੍ਹ ਲਏ ਅਸੀਂ। ਇਹਦੇ ਵਿੱਚ ਭਾਗ ਇਹਦੇ ਪੜ੍ਹੇ ਆ ਬਾਇਓਟਿਕ ਐਂਡ ਏਬਾਇਓਟਿਕ। ਆਓ ਅਸੀਂ ਹੁਣ ਅਗਲੀ ਸਲਾਈਡ ਵੱਲ ਚੱਲਦੇ ਹਾਂ ਤੇ ਇਹਨਾਂ ਦੇ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਸੋ ਮੈਂ ਗੱਲ ਕੀਤੀ ਸੀਗੀ ਬਾਇਓਟਿਕ ਤੇ ਬਾਇਓਟਿਕ ਦੀ। ਬਾਇਓਟਿਕ ਵਿੱਚ ਲਿਵਿੰਗ ਥਿੰਗਸ ਆ ਜਾਂਦੀਆਂ ਨੇ। ਲਿਵਿੰਗ ਥਿੰਗਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਵਿੱਚ ਪਲਾਂਟਸ ਹੈ, ਐਨੀਮਲਸ ਹੈ, ਫੰਗਸ ਹੈ, ਬੈਕਟੀਰੀਆ ਆ, ਪ੍ਰੋਟਿਸਟ ਆ। ਇਹ ਸਾਰੇ ਕਿਹਦੇ ਵਿੱਚ ਕਾਊਂਟ ਹੁੰਦੇ ਨੇ? ਬਾਇਓਟਿਕ। ਬਾਇਓਟਿਕ ਮੀਨਸ ਲਿਵਿੰਗ ਥਿੰਗ, ਜੋ ਵੀ ਜਿੰਦੇ ਜਾਗਦੇ ਨੇ ਉਸ ਨੂੰ ਅਸੀਂ ਕਹਿ ਦਿੰਦੇ ਲਿਵਿੰਗ ਥਿੰਗਸ ਬਾਇਓਟਿਕ। ਦੂਸਰੇ ਪਾਸੇ ਦੇਖ ਸਕਦੇ ਹੋ ਨॉन ਲਿਵਿੰਗ ਥਿੰਗਸ ਏਬਾਇਓਟਿਕ। ਏਬਾਇਓਟਿਕ ਵਿੱਚ ਕਿਹੜੇ ਕਿਹੜੇ ਐਲੀਮੈਂਟਸ ਆਉਂਦੇ ਨੇ ਬੱਚਿਓ? ਪਾਣੀ ਆ, ਮਿੱਟੀ ਆ, ਹਵਾ ਆ, ਮਿਨਰਲ ਆ, ਰੋਸ਼ਨੀ ਆ। ਇਸ ਨੂੰ ਅਸੀਂ ਕਿਹਦੇ ਵਿੱਚ ਲਵਾਂਗੇ? ਨॉन ਲਿਵਿੰਗ ਥਿੰਗਸ ਦੇ ਵਿੱਚ, ਯਾਨੀ ਕਿ ਏਬਾਇਓਟਿਕ। ਬਾਇਓਟਿਕ ਤੇ ਏਬਾਇਓਟਿਕ ਇਹ ਦੋਨੇ ਚੀਜ਼ਾਂ ਮਿਲਾ ਕੇ ਕੀ ਬਣਨਗੀਆਂ? ਇਕੋਸਿਸਟਮ। ਉਸ ਨੂੰ ਅਸੀਂ ਅਗਲੀ ਸਲਾਈਡ ਦੇ ਵਿੱਚ ਡਿਸਕਸ ਕਰਾਂਗੇ। ਇਕੋਸਿਸਟਮ ਕੀ ਹੈ? ਬਾਇਓਟਿਕ ਪਲੱਸ ਨॉन ਬਾਇਓਟਿਕ ਇਜ਼ ਇਕੁਅਲ ਟੂ ਇਕੋਸਿਸਟਮ, ਜਾਂ ਬਾਇਓਟਿਕ ਆਪਾਂ ਇਸ ਨੂੰ ਏਬਾਇਓਟਿਕ ਵੀ ਕਹਿ ਦਾਂਗੇ। ਆਓ ਅਸੀਂ ਹੁਣ ਚੱਲਦੇ ਹਾਂ ਕਿ ਇਕੋਸਿਸਟਮ ਕਿਸ ਨੂੰ ਕਹਿੰਦੇ ਹਨ ਅਗਲੀ ਸਲਾਈਡ ਦੇ ਵਿੱਚ। ਸੋ ਆਓ ਪਿਆਰੇ ਬੱਚਿਓ, ਅਸੀਂ ਹੁਣ ਪੜ੍ਹਾਂਗੇ ਕਿ ਇਕੋਸਿਸਟਮ ਕੀ ਹੁੰਦਾ ਹੈ। ਪੰਜਾਬੀ ਵਿੱਚ ਇਸ ਨੂੰ ਕਹਿ ਦਿੰਦੇ ਨੇ ਪਰਿਸਥਿਤਿਕ ਪ੍ਰਬੰਧ। ਸੋ ਕਿਸੇ ਖੇਤਰ ਵਿੱਚ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਕਾਰਕ ਸੰਯੁਕਤ ਰੂਪ ਵਿੱਚ ਪਰਿਸਥਿਤਿਕ ਪ੍ਰਬੰਧ ਬਣਾਉਂਦੇ ਹਨ। ਇੰਗਲਿਸ਼ ਵਿੱਚ ਡੈਫੀਨੇਸ਼ਨ ਹੈ ਕਿ ਇਹ ਬਾਇਓਲੋਜੀਕਲ ਕਮਿਊਨਿਟੀ ਆਫ ਇੰਟਰੈਕਟਿੰਗ ਆਰਗੈਨਿਜ਼ਮਸ ਐਂਡ ਦੇਅਰ ਫਿਜ਼ੀਕਲ ਇਨਵਾਇਰਮੈਂਟ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਤਲਾਬ ਦੀ ਮੈਂ ਐਗਜ਼ਾਮਪਲ ਲਈ ਹੈ। ਤਲਾਬ ਵੀ ਕੀ ਹੈ? ਇੱਕ ਇਕੋਸਿਸਟਮ ਹੈ। ਉਸ ਦੇ ਵਿੱਚ ਪੇੜ ਪੌਦੇ ਵੀ ਹੁੰਦੇ ਹਨ, ਅਲੱਗ-ਅਲੱਗ ਪ੍ਰਕਾਰ ਦੇ ਆਰਗੈਨਿਜ਼ਮ ਵੀ ਹੁੰਦੇ ਹਨ। ਮੱਛੀ ਦੇਖ ਸਕਦੇ ਹੋ, ਜਾਂ ਇਸ ਵਿੱਚ ਫਰੋਗ ਵੀ ਹੁੰਦਾ ਹੈ, ਸਨੇਕਸ ਵੀ ਹੁੰਦੇ ਹਨ। ਅਲੱਗ-ਅਲੱਗ ਪ੍ਰਕਾਰ ਦੇ ਆਰਗੈਨਿਜ਼ਮਸ ਹੁੰਦੇ ਹਨ। ਇਹ ਕਿਹੜੇ ਸਾਰੇ ਆਰਗੈਨਿਜ਼ਮ ਹੈਗੇ? ਜੈਵਿਕ। ਤੇ ਇਹ ਜੈਵਿਕ ਵਿੱਚ ਵੀ ਦੇਖ ਸਕਦੇ ਹੋ ਕਿ ਅਲੱਗ-ਅਲੱਗ ਚੀਜ਼ਾਂ ਇਸ ਦੇ ਵਿੱਚ ਹਨ। ਸੋ ਇੱਕ ਖੇਤਰ ਵਿੱਚ ਵਾਤਾਵਰਣ ਦੇ ਜੈਵਿਕ ਤੇ ਅਜੈਵਿਕ ਜਿਹੜੇ ਕਾਰਕ ਆ ਜਦੋਂ ਸੰਯੁਕਤ ਰੂਪ ਵਿੱਚ ਇਕੱਠੇ ਹੋ ਜਾਂਦੇ ਆ ਤਾਂ ਉਸ ਨੂੰ ਅਸੀਂ ਪਰਿਸਥਿਤਿਕ ਪ੍ਰਬੰਧ ਕਹਿੰਦੇ ਹਾਂ। ਆਓ ਹੁਣ ਅਸੀਂ ਜਾਣਦੇ ਹਾਂ ਕਿ ਪਰਿਸਥਿਤਿਕ ਪ੍ਰਬੰਧ ਦੇ ਕੰਪੋਨੈਂਟ ਕਿਹੜੇ-ਕਿਹੜੇ ਹੁੰਦੇ ਹਨ, ਜਾਂ ਕਿਹੜੇ-ਕਿਹੜੇ ਕੰਪੋਨੈਂਟ ਵਿੱਚ ਪਰਿਸਥਿਤਿਕ ਪ੍ਰਬੰਧ ਵੰਡਿਆ ਹੋਇਆ ਹੈ। ਸੋ ਪਿਆਰੇ ਬੱਚਿਓ, ਇਕੋਸਿਸਟਮ ਦੇ ਕੰਪੋਨੈਂਟਸ ਦੀ ਗੱਲ ਕਰਾਂ ਤਾਂ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਏਬਾਇਓਟਿਕ ਤੇ ਬਾਇਓਟਿਕ ਕੰਪੋਨੈਂਟਸ ਵਿੱਚ। ਬੇਸਿਕਲੀ ਜਿਹੜੀ ਇਕੋਸਿਸਟਮ ਦੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈ ਪ੍ਰੋਡਿਊਸਰ ਦੇ ਉੱਪਰ।
ਪੰਜਾਬੀ ਵਿੱਚ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਉਤਪਾਦਕ। ਤੇ ਪ੍ਰੋਡਿਊਸਰ ਕਿਹੜੇ ਨੇ ਸਾਡੀ ਜ਼ਮੀਨ ਦੇ ਉੱਪਰ? ਪ੍ਰੋਡਿਊਸਰ ਨੇ ਜਿੰਨੇ ਵੀ ਪੇੜ ਪੌਦੇ ਨੇ। ਕੀ ਕਰਦੇ ਨੇ ਪ੍ਰੋਡਿਊਸਰ? ਕਾਰਬਨ ਡਾਈਆਕਸਾਈਡ ਤੇ ਆਕਸੀਜਨ ਨੂੰ ਲੈਂਦੇ ਨੇ ਤੇ ਸਨਲਾਈਟ ਦੀ ਹਾਜ਼ਰੀ ਵਿੱਚੋਂ ਕੀ ਬਣਾ ਦਿੰਦੇ ਆ? ਕਾਰਬੋਹਾਈਡਰੇਟ। ਉਹ ਕੀ ਆ? ਪ੍ਰੋਡਿਊਸਰ। ਉਹ ਕਾਰਬੋਹਾਈਡਰੇਟ ਕੌਣ ਕੰਜ਼ਿਊਮ ਕਰਦੇ ਨੇ? ਖਪਤਕਾਰ। ਕੰਜ਼ਿਊਮਰਸ ਉਸ ਕਾਰਬੋਹਾਈਡਰੇਟ ਨੂੰ ਕੰਜ਼ਿਊਮ ਕਰਦੇ ਆ, ਖਪਤਕਾਰ। ਔਰ ਕੰਜ਼ਿਊਮਰ ਦੇ ਵਿੱਚ ਵੀ ਅਸੀਂ 3 ਤਰ੍ਹਾਂ ਦੇ ਕੰਜ਼ਿਊਮਰ ਪੜ੍ਹਦੇ ਹਾਂ: ਪ੍ਰਾਇਮਰੀ ਕੰਜ਼ਿਊਮਰ, ਸੈਕੰਡਰੀ ਕੰਜ਼ਿਊਮਰ, ਟਰਸ਼ਰੀ ਕੰਜ਼ਿਊਮਰ। ਬੇਸਿਕਲੀ ਮੈਂ ਇੱਥੇ ਕੰਜ਼ਿਊਮਰ ਨੂੰ 4 ਭਾਗਾਂ 'ਚ ਵੰਡ ਦਿੱਤਾ ਹੈ। ਸਭ ਤੋਂ ਪਹਿਲਾਂ ਕਿਹੜੇ ਆ? ਸ਼ਾਕਾਹਾਰੀ, ਹਰਬੀਵੋਰ, ਜਿਹੜੇ ਕਿਹੜੇ ਆ ਕਿ ਸਿਰਫ ਪੇੜ ਪੌਦੇ ਹੀ ਖਾਂਦੇ ਨੇ। ਦੂਸਰੇ ਆ ਕਾਰਨੀਵੋਰ। ਕਾਰਨੀਵੋਰ ਕੰਜ਼ਿਊਮਰ ਕਿਹੜੇ ਆ? ਮਾਸਾਹਾਰੀ, ਜਿਹੜੇ ਮਾਸ ਦੇ ਉੱਪਰ ਡਿਪੈਂਡ ਕਰਦੇ ਆ, ਜਿੱਦਾਂ ਸ਼ੇਰ ਹੋ ਗਿਆ ਜਾਂ ਜੰਗਲੀ ਜਾਨਵਰ ਹੋ ਗਏ। ਇਹ ਕਿਹੜੇ ਸਾਰੇ ਹੋ ਗਏ? ਸਾਡੇ ਕਾਰਨੀਵੋਰ, ਮਾਸਾਹਾਰੀ। ਤੀਜੇ ਤਰ੍ਹਾਂ ਦੇ ਜਿਹੜੇ ਆ ਉਹ ਸਾਡੇ ਹੈਗੇ ਆ ਓਮਨੀਵੋਰ। ਓਮਨੀਵੋਰ ਪੰਜਾਬੀ 'ਚ ਕਹਿ ਦਿੰਦੇ ਆ ਸਰਵਾਹਾਰੀ। ਓਮਨੀਵੋਰ ਤੋਂ ਭਾਵ ਹੈ ਕਿ ਹਰਬੀਵੋਰ ਵੀ ਨੇ ਤੇ ਕਾਰਨੀਵੋਰ ਵੀ ਨੇ, ਮਤਲਬ ਕਿ ਸ਼ਾਕਾਹਾਰੀ ਵੀ ਆ ਤੇ ਮਾਸਾਹਾਰੀ ਵੀ ਆ। ਸਭ ਤੋਂ ਬੈਸਟ ਐਗਜ਼ਾਮਪਲ ਓਮਨੀਵੋਰ ਦੀ ਅਸੀਂ ਗਿਣਦੇ ਹਾਂ ਮਨੁੱਖ ਨੂੰ, ਆਦਮੀ ਨੂੰ, ਮੈਨ ਨੂੰ। ਚੌਥੇ ਨੰਬਰ 'ਤੇ ਜੋ ਨੇ ਉਹ ਹੈ ਪੈਰਾਸਾਈਟਸ। ਪੈਰਾਸਾਈਟ ਹੁੰਦੇ ਆ ਪਰਜੀਵੀ, ਜਿਹੜੇ ਕਿ ਦੂਸਰਿਆਂ 'ਤੇ ਡਿਪੈਂਡ ਹੋਣ। ਤੇ ਇਸ ਦੀ ਜੋ ਐਗਜ਼ਾਮਪਲ ਹੈ ਪੈਰਾਸਾਈਟ ਦੀ, ਉਹ ਆਪਾਂ ਲੈ ਸਕਦੇ ਹਾਂ ਟੇਪਵਾਰਮ, ਫਲੀਸ ਤੇ ਬ੍ਰੈਂਕਲਸ। ਟੇਪਵਾਰਮ ਬਹੁਤ ਹੀ ਕਾਮਨ ਐਗਜ਼ਾਮਪਲ ਹੈ। ਸਿੰਪਲੀ ਤੌਰ 'ਤੇ ਜੋ ਪੈਰਾਸਾਈਟ ਹੁੰਦੇ ਨੇ ਇਹ ਪੈਰਾਸੀਟਿਕ ਰਿਲੇਸ਼ਨਸ਼ਿਪ ਬਣਾਉਂਦੇ ਨੇ। ਪੈਰਾਸੀਟਿਕ ਰਿਲੇਸ਼ਨਸ਼ਿਪ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਆਰਗੈਨਿਜ਼ਮ ਜੋ ਪੈਰਾਸੀਟ ਹੁੰਦਾ ਹੈ ਉਹ ਦੂਸਰੇ ਆਰਗੈਨਿਜ਼ਮ ਦੇ ਵਿੱਚ ਰਹਿੰਦਾ ਹੈ, ਜਿਹਨੂੰ ਕਿ ਆਪਾਂ ਕਹਿ ਦਿੰਦੇ ਆ ਹੋਸਟ। ਕਈ ਵਾਰ ਉਸ ਨੂੰ ਹਾਰਮ ਵੀ ਪਹੁੰਚਾਉਂਦਾ ਹੈ ਤੇ ਕਈ ਵਾਰੀ ਉਸ ਦੀ ਡੈਥ ਵੀ ਹੋ ਜਾਂਦੀ ਹੈ। ਸੋ ਸਿੰਪਲ ਇੰਗਲਿਸ਼ ਵਿੱਚ ਡੈਫੀਨੇਸ਼ਨ ਹੈ ਪੈਰਾਸਾਈਟ ਦੀ, ਪਰਜੀਵੀ ਦੀ, ਕਿ ਇਹ ਪੈਰਾਸਾਈਟ ਇਜ਼ ਐਨ ਆਰਗੈਨਿਜ਼ਮ ਦੈਟ ਲਿਵਸ ਔਨ ਔਰ ਇਨ ਏ ਹੋਸਟ ਆਰਗੈਨਿਜ਼ਮ ਐਂਡ ਗੈਟਸ ਇਟਸ ਫੂਡ ਫਰੋਮ ਔਰ ਐਟ ਦਾ ਐਕਸਪੈਂਸ ਆਫ ਇਟਸ ਹੋਸਟ। ਸੋ ਅਸੀਂ ਡਿਟੇਲ ਵਿੱਚ ਨਹੀਂ ਜਾਵਾਂਗੇ ਕਿਉਂਕਿ ਪੈਰਾਸਾਈਟ ਦਾ ਜੋ ਟੌਪਿਕ ਹੈ ਬਹੁਤ ਡਿਟੇਲ ਵਿੱਚ ਹੈ। ਤੁਹਾਡੀ ਕਿਤਾਬ ਵਿੱਚ ਸਿਰਫ ਇਤਨਾ ਹੀ ਦੱਸਣਾ ਹੈ ਕਿ ਪੈਰਾਸਾਈਟ ਕਹਿੰਦੇ ਕਿਹਨੂੰ ਨੇ, ਪਰਜੀਵੀ ਹੁੰਦੇ ਕਿਹੜੇ ਨੇ। ਆਓ ਅਸੀਂ ਹੁਣ ਅਗਲੀ ਸਲਾਈਡ ਵੱਲ ਚੱਲਦੇ ਹਾਂ। ਸੋ ਇਸ ਸਲਾਈਡ ਦੇ ਵਿੱਚ ਜਿਵੇਂ ਕਿ ਦੇਖ ਰਹੇ ਹੋ ਤੁਸੀਂ, ਸਭ ਤੋਂ ਪਹਿਲਾਂ ਲਿਖਿਆ ਨੈਚੁਰਲ ਟਰਸਟਰੀਅਲ। ਨੈਚੁਰਲ ਟਰਸਟਰੀਅਲ ਦਾ ਮਤਲਬ ਹੈ ਕਿ ਜੋ ਕੁਦਰਤੀ ਤੌਰ 'ਤੇ ਜ਼ਮੀਨ ਉੱਪਰ ਪਾਇਆ ਜਾਣ ਵਾਲਾ ਇਕੋਸਿਸਟਮ ਹੈ। ਐਗਜ਼ਾਮਪਲ ਸਭ ਤੋਂ ਪਹਿਲਾਂ ਲਈ ਹੈ ਫੋਰੈਸਟ ਇਕੋਸਿਸਟਮ ਦੀ। ਜੰਗਲ ਵਿੱਚ ਦੇਖਦੇ ਹੋ ਤਾਂ ਕਿ ਅਲੱਗ-ਅਲੱਗ ਪ੍ਰਕਾਰ ਦੇ ਪੇੜ ਪੌਦੇ ਹਨ, ਜੀਵ ਜੰਤੂ ਹਨ। ਤੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਕੀ ਇਕੋਸਿਸਟਮ ਬਣਾ ਦਿੰਦੀਆਂ ਹਨ। ਇਸੇ ਤਰ੍ਹਾਂ ਗ੍ਰਾਸਲੈਂਡ ਇਕੋਸਿਸਟਮ ਹੈ। ਤੋ ਸੈਕਿੰਡ ਜੋ ਨੈਚੁਰਲ ਹੈ ਇਕੁਐਟਿਕ ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਜੋ ਸਾਡਾ ਸਮੁੰਦਰ ਦੇ ਵਿੱਚ ਵੀ ਇਹ ਵੀ ਇੱਕ ਅਲੱਗ ਤਰ੍ਹਾਂ ਦਾ ਇਕੋਸਿਸਟਮ ਹੈ। ਮੱਛੀਆਂ ਵੀ ਰਹਿੰਦੀਆਂ ਹਨ, ਵੱਡੀਆਂ ਮੱਛੀਆਂ, ਅਲੱਗ-ਅਲੱਗ ਪ੍ਰਕਾਰ ਦੇ ਜੀਵ ਜੰਤੂ ਰਹਿੰਦੇ ਹਨ, ਵਿੱਚ ਕੋਰਲ ਰੀਫ ਹਨ, ਪਲਾਂਟਸ ਹਨ ਛੋਟੇ ਛੋਟੇ। ਸੋ ਉਹਦੇ ਸਮੁੰਦਰ ਦੇ ਵਿੱਚ ਵੀ ਇੱਕ ਜੀਵਨ ਵਾਸ ਕਰਦਾ ਹੈ, ਤਾਂ ਇਸ ਕਰਕੇ ਉਹ ਵੀ ਮੈਰਾਈਨ ਇਕੋਸਿਸਟਮ ਹੁੰਦਾ ਹੈ। ਇਸੇ ਤਰ੍ਹਾਂ ਫਰੈਸ਼ ਵਾਟਰ ਲੇਕ, ਝੀਲਾਂ ਹਨ, ਝੀਲਾਂ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਜੀਵ ਜੰਤੂ ਰਹਿੰਦੇ ਹਨ, ਪੇੜ ਪੌਦੇ ਵੀ ਹੁੰਦੇ ਹਨ। ਸੋ ਉਹ ਵੀ ਕੀ ਇੱਕ ਇਕੋਸਿਸਟਮ ਦਾ ਹੀ ਰੂਪ ਹੈ। ਨੈਚੁਰਲ ਇਕੁਐਟਿਕ, ਜਿਸ ਨੂੰ ਆਪਾਂ ਪੜ੍ਹਦੇ ਹਾਂ ਨੈਚੁਰਲ ਇਕੁਐਟਿਕ ਦੇ ਵਿੱਚ। ਸੋ ਤੁਸੀਂ 2 ਤਰ੍ਹਾਂ ਦੇ ਪੜ੍ਹ ਚੁੱਕੇ ਹੋ, ਨੈਚੁਰਲ ਟਰੈਸਟਰੀਅਲ ਅਤੇ ਇਕੁਐਟਿਕ ਦੇ ਵਿੱਚ। ਹੁਣ ਤੀਸਰੀ ਮੈਂ ਐਗਜ਼ਾਮਪਲ ਲਈ ਹੈ ਮੈਨ ਮੇਡ। ਮੈਨ ਮੇਡ ਉਹ ਹੈ ਕਿ ਜੋ ਅਸੀਂ ਆਦਮੀ ਖੁਦ ਕ੍ਰੀਏਟ ਕਰਦਾ, ਮੈਨ ਖੁਦ ਕ੍ਰੀਏਟ ਕਰਦਾ ਹੈ। ਸੋ ਆਓ ਦੇਖਦੇ ਹਾਂ ਕੀ ਹੈ ਮੈਨ ਮੇਡ। ਇੱਥੇ ਤੁਸੀਂ ਦੇਖ ਸਕਦੇ ਹੋ, ਮੈਂ ਇੱਥੇ ਐਗਜ਼ਾਮਪਲ ਲਈ ਆ ਐਕੁਏਰੀਅਮ ਦੀ। ਐਕੁਏਰੀਅਮ ਬਹੁਤ ਸਿੰਪਲ ਐਗਜ਼ਾਮਪਲ ਹੈ। ਘਰਾਂ ਦੇ ਵਿੱਚ ਕਈਆਂ ਨੂੰ ਸ਼ੌਕ ਹੁੰਦਾ ਹੈ, ਇੱਕ ਅਸੀਂ ਐਕੁਏਰੀਅਮ ਬਣਾਉਂਦੇ ਹਾਂ। ਉਸ ਦੇ ਵਿੱਚ ਕੀ ਕਰਦੇ ਹਾਂ ਕਿ ਅਸੀਂ ਛੋਟੀਆਂ ਛੋਟੀਆਂ ਮੱਛੀਆਂ ਲਿਆ ਕੇ ਛੱਡ ਦਿੰਦੇ ਹਾਂ, ਔਰ ਪੇੜ ਪੌਦੇ ਹੁੰਦੇ ਹਨ ਅਤੇ ਮੱਛੀਆਂ ਉਸ ਇਕੋਸਿਸਟਮ ਦੇ ਵਿੱਚ ਕੀ ਆ, ਜੀਵਤ ਰਹਿੰਦੀਆਂ ਹਨ। ਸੋ ਕਰੋਪ ਫੀਲਡ ਵੀ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਇਕੋਸਿਸਟਮ ਦੀ। ਕਰੋਪ ਫੀਲਡ ਵਿੱਚ ਕੀ ਹੈ ਕਿ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਆ ਉਹ ਜਿਹੜੇ ਜ਼ਮੀਨ ਦੇ ਵਿੱਚ ਉਗਾਉਂਦੇ ਹਾਂ। ਉਗਾਉਣ ਤੋਂ ਬਾਅਦ ਅਸੀਂ ਜ਼ਮੀਨ ਦੀ ਵਾਹੀ ਕਰਦੇ ਹਾਂ, ਉਸ ਨੂੰ ਪਾਣੀ ਦਿੰਦੇ ਹਾਂ, ਦੁਬਾਰਾ ਕਿਸੇ ਹੋਰ ਕਰੋਪ ਵਾਸਤੇ, ਹੋਰ ਫਸਲ ਵਾਸਤੇ ਅਸੀਂ ਤਿਆਰ ਕਰਦੇ ਹਾਂ। ਸੋ ਇਹ ਵੀ ਇੱਕ ਐਗਜ਼ਾਮਪਲ ਕਿਹਦੀ ਹੈਗੀ ਆ, ਇਕੋਸਿਸਟਮ ਆ, ਆਰਟੀਫਿਸ਼ੀਅਲ ਮੈਨ ਮੇਡ ਇਕੋਸਿਸਟਮ ਦੀ ਐਗਜ਼ਾਮਪਲ ਹੈ। ਸੋ ਪਿਆਰੇ ਬੱਚਿਓ, ਇਹ ਜੋ ਸਲਾਈਡ ਹੈ ਮੈਂ ਤੁਹਾਡੀ 10ਵੀਂ ਦੀ ਕਿਤਾਬ ਤੋਂ ਹੀ ਲਈ ਹੈ, ਕਿ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਜੋ ਵੀ ਅਸੀਂ ਪੜ੍ਹ ਰਹੇ ਹਾਂ ਉਹ ਬਿਲਕੁਲ 10ਵੀਂ ਦੀ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ਹੈ ਉਸ ਦੇ ਅਕੋਰਡਿੰਗ ਹੀ ਪੜ੍ਹ ਰਹੇ ਹਾਂ। ਹੁਣੀ ਜਿੱਦਾਂ ਅਸੀਂ ਗੱਲ ਕਰਕੇ ਹਟੇ ਸੀ, ਮੈਂ ਇਸ ਸਲਾਈਡ ਦੇ ਵਿੱਚੋਂ ਪੜ੍ਹ ਦਿੰਦਾ ਕਿ ਉਦਾਹਰਣ ਵਜੋਂ ਜੇਕਰ ਤੁਸੀਂ ਬਗੀਚੀ ਵਿੱਚ ਜਾਓ ਤਾਂ ਤੁਹਾਨੂੰ
ਭਿੰਨ ਭਿੰਨ ਪੌਦੇ ਜਿਵੇਂ ਕਿ ਘਾਹ, ਰੁੱਖ, ਫੁੱਲਾਂ ਵਾਲੇ ਸਜੀਵਟੀ ਪੌਦੇ ਜਿਵੇਂ ਕਿ ਗੁਲਾਬ, ਚਮੇਲੀ, ਸੂਰਜਮੁਖੀ ਅਤੇ ਡੱਡੂ, ਕੀਟ ਅਤੇ ਪੰਛੀ ਜਿਹੇ ਜੰਤੂ ਵਿਖਾਈ ਦੇਣਗੇ। ਇਹ ਸਾਰੇ ਸਜੀਵ ਪਰਸਪਰ ਅੰਤਰ ਕਿਰਿਆ ਕਰਦੇ ਹਨ ਅਤੇ ਇਹਨਾਂ ਦਾ ਵਾਧਾ ਜਨਨ ਅਤੇ ਹੋਰ ਕਿਰਿਆਵਾਂ ਪਰਿਸਥਿਤਿਕ ਪ੍ਰਬੰਧ ਦੇ ਨਿਰਜੀਵ ਘਟਕਾਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਸੋ ਇਹਨਾਂ ਦੀ ਜਿਹੜੀ ਅਸੀਂ ਗੱਲ ਕਰਕੇ ਹਟੇ ਹਾਂ ਪਹਿਲੀ ਸਲਾਈਡ ਦੇ ਵਿੱਚ, ਇਸ ਲਈ ਬਗੀਚਾ ਵੀ ਉਸਨੇ ਕੀ ਕਿਹਾ ਹੈ ਕਿ ਪਰਿਸਥਿਤਿਕ ਪ੍ਰਬੰਧ ਹੈ। ਹੁਣੀ ਮੈਂ ਜੰਗਲ ਦੀ ਗੱਲ ਵੀ ਕੀਤੀ ਹੈ, ਉਹ ਵੀ ਇੱਥੇ ਇਸਨੇ ਡਿਸਕਸ ਕੀਤੀ ਹੋਈ ਹੈ। ਜੰਗਲ, ਛੱਪੜ, ਝੀਲ ਦੀ ਗੱਲ ਕੀਤੀ ਆ, ਫੋਟੋ ਦੇ ਵਿੱਚ ਅਸੀਂ ਦੇਖਿਆ ਵੀ ਆ ਪਿਕਚਰ ਦੇ ਵਿੱਚ ਕਿ ਝੀਲ ਵੀ ਕੀ ਇੱਕ ਪਰਿਸਥਿਤਿਕ ਪ੍ਰਬੰਧ ਦੇ ਹੋਰ ਪ੍ਰਕਾਰ ਆ। ਇਸ ਤਰ੍ਹਾਂ ਕੁਦਰਤੀ ਪਰਿਸਥਿਤਿਕ ਪ੍ਰਬੰਧ ਨੇ, ਬਗੀਚਾ ਵੀ ਪਰਿਸਥਿਤਿਕ ਪ੍ਰਬੰਧ ਨੇ, ਅਤੇ ਖੇਤ ਮਾਨਵ ਨਿਰਮਿਤ ਵੀ ਆਪਾਂ ਪੜ੍ਹਿਆ ਹੈ ਕਿ ਜੋ ਮੈਨ ਮੇਡ ਹੈ, ਇਸ ਨੂੰ ਅਸੀਂ ਇੰਗਲਿਸ਼ ਵਿੱਚ ਮੈਨ ਮੇਡ ਕਹਿ ਦਿੰਦੇ ਹਾਂ ਜਾਂ ਆਰਟੀਫਿਸ਼ੀਅਲ ਕਹਿ ਦਿੰਦੇ ਆ। ਅਸੀਂ ਉਹ ਵੀ ਐਗਜ਼ਾਮਪਲ ਪਿੱਛੇ ਡਿਸਕਸ ਕੀਤੀ ਹੈ। ਇਸ ਤੋਂ ਇਲਾਵਾ ਤੁਹਾਡੀ ਕਿਤਾਬ ਵਿੱਚ ਇੱਕ ਹੋਰ ਚੀਜ਼ ਵੀ ਡਿਸਕਸ ਕੀਤੀ ਹੈ ਜਿਹੜੀ ਕਿ ਆਪਾਂ ਪਹਿਲੀ ਸਲਾਈਡ ਦੇ ਵਿੱਚ ਵੀ ਡਿਸਕਸ ਕਰ ਚੁੱਕੇ, ਇਕੋਸਿਸਟਮ ਦੇ ਕੰਪੋਨੈਂਟਸ ਬਾਰੇ। ਤੁਹਾਡੇ ਪੰਜਾਬੀ 'ਚ ਵੀ ਲਿਖਿਆ ਕਿਤਾਬ ਦੇ ਵਿੱਚ ਕਿ ਸਾਰੇ ਜੀਵ ਸਿੱਧੇ ਜਾਂ ਅਸਿੱਧੇ ਤੌਰ 'ਤੇ ਆਪਣੇ ਭੋਜਨ ਲਈ ਉਤਪਾਦਕਾਂ ਉੱਤੇ ਨਿਰਭਰ ਕਰਦੇ ਹਨ। ਉਹ ਜੀਵ ਜੋ ਉਤਪਾਦਕ ਦੁਆਰਾ ਉਤਪਾਦਿਤ ਭੋਜਨ ਉੱਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਕੀ ਕਹਿ ਦਿੰਦੇ ਅਸੀਂ? ਖਪਤਕਾਰ ਅਸੀਂ ਪੜ੍ਹਿਆ ਕੰਜ਼ਿਊਮਰਸ। ਪਿੱਛੇ ਸਲਾਈਡ ਦੇ ਵਿੱਚ ਅਸੀਂ ਬਹੁਤ ਡਿਟੇਲ ਵਿੱਚ ਡਿਸਕਸ ਕੀਤਾ ਹੈ। ਖਪਤਕਾਰਾਂ ਨੂੰ ਮੁੱਖ ਤੌਰ 'ਤੇ ਸ਼ਾਕਾਹਾਰੀ, ਮਾਸਾਹਾਰੀ, ਸਰਵਾਹਾਰੀ ਅਤੇ ਪਰਜੀਵੀ ਵਿੱਚ ਵੰਡਿਆ ਗਿਆ ਹੈ। ਸੋ ਇਹ ਸਾਰੀਆਂ ਗੱਲਾਂ ਆਪਾਂ ਪਿਛਲੀ ਸਲਾਈਡ ਵਿੱਚ ਡਿਸਕਸ ਕੀਤੀਆਂ ਹਨ। ਬੱਚਿਆਂ ਨੇ ਬੜੇ ਧਿਆਨ ਨਾਲ ਇਸ ਚੀਜ਼ ਨੂੰ ਸਮਝਣਾ ਅਤੇ ਪੜ੍ਹਨਾ ਹੈ। ਸੋ ਟੌਪਿਕ ਹੈ ਉਹ ਹੈ ਕਿ ਭੋਜਨ ਲੜੀ, ਫੂਡ ਚੇਨ ਕਿਸ ਨੂੰ ਕਹਿੰਦੇ ਹਨ। ਪੰਜਾਬੀ ਵਿੱਚ ਇਸ ਦੀ ਡੈਫੀਨੇਸ਼ਨ ਮੈਂ ਸਾਹਮਣੇ ਲਿਖੀ ਹੈ ਕਿ ਉਹ ਲੜੀ ਜਿਸ ਵਿੱਚ ਇੱਕ ਜੀਵ ਆਪਣੇ ਖਾਣੇ ਲਈ ਦੂਜੇ ਜੀਵ ਉੱਤੇ ਨਿਰਭਰ ਹੋਵੇ, ਉਸ ਲੜੀ ਨੂੰ ਭੋਜਨ ਲੜੀ ਕਿਹਾ ਜਾਂਦਾ ਹੈ। A series of organism each dependent on the next as a source of food। ਤੁਸੀਂ ਚਿੱਤਰ ਵਿੱਚ ਦੇਖੋ ਕਿ ਪ੍ਰੋਡਿਊਸਰ ਉਤਪਾਦਕ ਦੀ ਗੱਲ ਕੀਤੀ ਹੈ, ਭੋਜਨ ਬਣਾ ਰਿਹਾ ਹੈ, ਉਸ ਦੇ ਉੱਪਰ ਕੰਜ਼ਿਊਮਰ, ਪ੍ਰਾਇਮਰੀ ਕੰਜ਼ਿਊਮਰ, ਛੋਟਾ ਕੰਜ਼ਿਊਮਰ ਕੌਣ ਹੈ? ਇੱਥੇ ਗ੍ਰਾਸਹੋਪਰ ਹੈ ਜਿਹੜਾ ਕਿ ਖਪਤ ਕਰ ਰਿਹਾ ਹੈ। ਫਿਰ ਮੈਂ ਗੱਲ ਕੀਤੀ ਸੈਕੰਡਰੀ ਕੰਜ਼ਿਊਮਰ ਦੀ। ਸੈਕੰਡਰੀ ਕੰਜ਼ਿਊਮਰ ਦੇ ਵਿੱਚ ਕੀ ਹੈ? ਇਹਦੇ ਵਿੱਚ ਡੱਡੂ ਹੈ। ਜੋ ਤੀਜੇ ਨੰਬਰ 'ਤੇ ਐਗਜ਼ਾਮਪਲ ਦੇਖ ਰਹੇ ਹੋ ਟਰਸ਼ਰੀ ਕੰਜ਼ਿਊਮਰ, ਡੱਡੂ ਨੂੰ ਕੌਣ ਖਾਂਦਾ ਹੈ? ਸੱਪ ਖਾਂਦਾ ਆ। ਇਹਨੂੰ ਮੈਂ ਕਹਿੰਦਾ ਟਰਸ਼ਰੀ ਕੰਜ਼ਿਊਮਰ। ਔਰ ਟਰਸ਼ਰੀ ਕੰਜ਼ਿਊਮਰ ਤੋਂ ਬਾਅਦ ਅਸੀਂ ਗੱਲ ਕੀਤੀ ਹੈ ਕਿ ਚੌਥੇ ਲੈਵਲ ਦਾ ਫਾਈਨਲ ਕੰਜ਼ਿਊਮਰ, ਕਿ ਸੱਪ ਨੂੰ ਕੌਣ ਖਾਂਦਾ ਹੈ? ਸੱਪ ਨੂੰ ਖਾਂਦਾ ਹੋਕ। ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਚਿੱਤਰ ਦੇ ਵਿੱਚ ਕਿਸ ਤਰ੍ਹਾਂ ਇੱਕ ਲੜੀ ਬਣ ਜਾਂਦੀ ਹੈ ਪ੍ਰੋਡਿਊਸਰ ਗ੍ਰਾਸ ਤੋਂ ਲੈ ਕੇ ਗ੍ਰਾਸਹੋਪਰ, ਫਰੋਗ, ਸਨੇਕ, ਹੋਕ। ਸੋ ਹੋਕ ਜਦੋਂ ਮਰ ਜਾਂਦਾ ਹੈ, ਕੋਈ ਵੀ ਪ੍ਰਾਣੀ ਜਦੋਂ ਮਰਦਾ ਹੈ ਤਾਂ ਉਸ ਨੂੰ ਫਿਰ ਕੌਣ ਖਾਂਦੇ ਨੇ? ਡੀਕੰਪੋਜ਼ਰਸ, ਮਾਈਕਰੋ ਆਰਗੈਨਿਜ਼ਮ, ਸੂਖਸ਼ਮ ਜੀਵ ਹਨ, ਉਹ ਖਾਂਦੇ ਨੇ। ਸੋ ਜਿਹੜੇ ਸੂਖਸ਼ਮ ਜੀਵ ਹਨ ਇਹ ਕੀ ਕਰਦੇ ਨੇ? ਬਾਇਓਟਿਕ ਨੂੰ ਇਹ ਬਾਇਓਟਿਕ ਵਿੱਚ ਕਨਵਰਟ ਕਰਦੇ ਨੇ। ਸੋ ਇਸ ਤਰ੍ਹਾਂ ਇਹ ਲੜੀ ਚੱਲਦੀ ਰਹਿੰਦੀ ਆ। ਇਸ ਭੋਜਨ ਦੀ ਲੜੀ ਨੂੰ ਮੈਂ ਕੀ ਕਹਿ ਦਿੰਦਾ ਹਾਂ? ਭੋਜਨ ਲੜੀ। ਕਿ ਇੱਕ ਜਿਹੜਾ ਆਰਗੈਨਿਜ਼ਮ ਹੈ, ਇੱਕ ਜੰਤੂ ਹੈ, ਉਹ ਦੂਸਰੇ ਜੰਤੂ ਦੇ ਉੱਪਰ ਡਿਪੈਂਡ ਹੈ। ਸੋ ਇਹ ਬੜਾ ਜ਼ਰੂਰੀ ਹੈ ਇਕੋਸਿਸਟਮ ਵਿੱਚ, ਇਕੋਸਿਸਟਮ ਨੂੰ ਬੈਲੈਂਸ ਕਰਨ ਵਾਸਤੇ। ਜ਼ਰਾ ਸੋਚੋ ਤੁਸੀਂ ਕਿ ਅਗਰ ਡੱਡੂ ਬਿਲਕੁਲ ਖ਼ਤਮ ਹੋ ਜਾਣ ਤਾਂ ਜਿਹੜੇ ਸੱਪ ਆ ਫਿਰ ਉਹ ਕਿਸ ਨੂੰ ਖਾਣਗੇ? ਅਗਰ ਜਿਹੜੇ ਘਾਸ ਉੱਪਰ ਹੈਗੇ ਆ ਉਹ ਖ਼ਤਮ ਹੋ ਜਾਣ ਤਾਂ ਫਿਰ ਡੱਡੂ ਕਿਸ ਨੂੰ ਖਾਣਗੇ? ਇਸ ਤਰ੍ਹਾਂ ਜੋ ਡੱਡੂ ਆ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ ਖ਼ਤਮ ਹੋਣ ਦਾ ਡਰ ਹੈ। ਮਤਲਬ ਕਿ ਬੈਲੈਂਸ ਕਰਨ ਵਾਸਤੇ ਇੱਕ ਸਾਰੇ ਹੀ ਬੈਲੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਜਿਹੜੀ ਚੀਜ਼ ਡਿਪੈਂਡ ਆ। ਸੋ ਇੱਕ ਲੜੀ ਬਣ ਜਾਂਦੀ ਹੈ ਵਾਤਾਵਰਨ ਦੇ ਵਿੱਚ, ਇਨਵਾਇਰਮੈਂਟ ਦੇ ਵਿੱਚ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਭੋਜਨ ਲੜੀ। ਕਿ ਉਹ ਲੜੀ ਜਿਸ ਵਿੱਚ ਇੱਕ ਜੀਵ ਆਪਣੇ ਖਾਣ ਲਈ ਦੂਜੇ ਜੀਵ ਉੱਤੇ ਨਿਰਭਰ ਹੋਵੇ, ਉਸ ਲੜੀ ਨੂੰ ਭੋਜਨ ਲੜੀ ਕਿਹਾ ਜਾਂਦਾ ਹੈ। ਫੂਡ ਵੈਬ ਕਹਿ ਦਿੰਦਾ ਹਾਂ। ਸੋ ਇਸ ਗੱਲ ਦਾ ਵੀ ਧਿਆਨ ਰੱਖਣਾ, ਫੂਡ ਚੇਨ ਤੇ ਵੈਬ ਤੁਹਾਡੀ ਕਿਤਾਬ ਦੇ ਵਿੱਚ ਇਹ ਟੌਪਿਕ ਇਕੱਠੇ ਦਿੱਤੇ ਨੇ। ਸੋ ਨੈਕਸਟ ਟੌਪਿਕ ਹੈ ਊਰਜਾ ਦਾ ਪ੍ਰਵਾਹ। ਸੋ ਪਿਆਰੇ ਬੱਚਿਓ, ਇਹ ਤਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਵੀ ਭੋਜਨ ਅਸੀਂ ਖਾਂਦੇ ਹਾਂ ਉਹ ਸਾਡੇ ਲਈ ਊਰਜਾ ਦੇ ਸਰੋਤ ਦਾ ਕੰਮ ਕਰਦਾ ਹੈ, ਅਤੇ ਜੋ ਅਸੀਂ ਭਿੰਨ ਭਿੰਨ ਕਾਰਜ ਕਰਦੇ ਹਾਂ, ਕੰਮ ਕਰਦੇ ਹਾਂ, ਉਸ ਲਈ ਊਰਜਾ ਪ੍ਰਦਾਨ ਕਰਦਾ ਹੈ। ਸੋ ਇਸ ਲਈ ਜੋ ਵਾਤਾਵਰਨ ਦੇ ਭਿੰਨ ਭਿੰਨ ਘਟਕ ਹੁੰਦੇ ਹਨ, ਇਹਨਾਂ ਦੇ ਆਪਸ ਵਿੱਚ ਕੀ ਹੁੰਦੀ ਆ? ਅੰਤਰ ਕਿਰਿਆ ਹੁੰਦੀ ਹੈ। ਸੋ ਜਦੋਂ ਅੰਤਰ ਕਿਰਿਆ ਹੁੰਦੀ ਹੈ ਤਾਂ
ਜੋ ਇੱਕ ਘਟਕ ਹੈ ਦੂਜੇ ਘਟਕ ਵਿੱਚੋਂ ਊਰਜਾ ਦਾ ਪ੍ਰਵਾਹ ਹੁੰਦਾ ਹੈ। ਜਿਵੇਂ ਕਿ ਅਸੀਂ ਪੜ੍ਹਿਆ ਵੀ ਹੈ ਕਿ ਸਵੈਪੋਸ਼ੀ ਜੋ ਨੇ ਉਹ ਸੂਰਜੀ ਪ੍ਰਕਾਸ਼ ਦੀ ਊਰਜਾ ਨੂੰ ਗ੍ਰਹਿਣ ਕਰਦੇ ਨੇ ਤੇ ਰਸਾਇਣਿਕ ਊਰਜਾ ਵਿੱਚ ਬਦਲ ਦਿੰਦੇ ਨੇ। ਇਹ ਊਰਜਾ ਸੰਸਾਰ ਦੇ ਸਾਰੇ ਜੀਵਾਂ ਦੇ ਜੈਵ ਕ੍ਰਿਆਵਾਂ ਲਈ ਸਹਾਇਕ ਹੁੰਦੀ ਆ। ਤੁਸੀਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ, ਜੋ ਮੈਂ ਚਿੱਤਰ ਬਣਾਇਆ ਹੈ ਇਸ ਦੇ ਵਿੱਚ ਲਿਖਿਆ ਉਤਪਾਦਕ। ਸੋ ਇਹ ਜੋ ਚਿੱਤਰ ਬਣਿਆ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਦੇਖੋ, ਵਿਸਥਾਰਪੂਰਵਕ ਦੇਖੋ। ਇਸ ਵਿੱਚ ਕੀ ਹੈ ਕਿ ਊਰਜਾ ਦਾ ਪ੍ਰਵਾਹ, ਫਲੋ ਆਫ એનર્ਜੀ, ਕਿ ਊਰਜਾ ਪ੍ਰਵਾਹ ਤੋਂ ਭਾਵ ਹੈ ਭੋਜਨ ਲੜੀ ਵਿੱਚ ਊਰਜਾ ਦਾ ਵਹਾਅ। ਜਦੋਂ ਊਰਜਾ ਨੂੰ ਇੱਕ ਟ੍ਰੋਪਿਕ ਲੈਵਲ ਤੋਂ ਦੂਜੇ ਟ੍ਰੋਪਿਕ ਲੈਵਲ ਤੱਕ ਭੇਜਿਆ ਜਾਂਦਾ ਹੈ, ਮੀਨ ਕਿ ਉਤਪਾਦਕ ਤੋਂ ਪਹਿਲੇ ਖਪਤਕਾਰ ਤੱਕ, ਚਿੱਤਰ ਵਿੱਚ ਦੇਖੋ ਤਾਂ ਹਰ ਵਾਰ ਤਕਰੀਬਨ 90% ਊਰਜਾ ਖਤਮ ਹੋ ਜਾਂਦੀ ਹੈ। ਜਦੋਂ ਉਤਪਾਦਕ ਨੂੰ ਪਹਿਲੇ ਖਪਤਕਾਰ ਨੇ ਖਾਧਾ, ਜਿੱਦਾਂ ਕਿ ਆਪਾਂ ਫੋਟੋ ਦੇ ਵਿੱਚ ਦੇਖਿਆ ਸੀ ਪਿੱਛੇ ਕਿ ਜਦੋਂ ਗਰਾਸ ਉੱਪਰ ਨੇ ਖਾਧਾ ਤਾਂ ਜਿਹੜੀ 90% ਊਰਜਾ ਆ ਉਹ ਖਤਮ ਹੋ ਜਾਂਦੀ ਹੈ, ਜਿਸ ਵਿੱਚ ਕੁਝ ਊਰਜਾ ਤਾਂ ਸਰੀਰਕ ਤਾਪ ਵਿੱਚ ਬਦਲ ਜਾਂਦੀ ਹੈ, ਕੁਝ ਊਰਜਾ ਉਸ ਭੋਜਨ ਵਿੱਚ ਹੀ ਸਥਿਤ ਹੁੰਦੀ ਹੈ ਜੋ ਪਚਿਆ ਹੋਇਆ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਜਦੋਂ ਪ੍ਰਾਇਮਰੀ ਉਤਪਾਦਕ ਤੋਂ ਪ੍ਰਾਇਮਰੀ ਖਪਤਕਾਰ ਤੱਕ ਸਿਰਫ 10% ਊਰਜਾ ਹੀ ਪਹੁੰਚਦੀ ਹੈ, ਜਿਸ ਵਿੱਚ ਸੈਕੰਡਰੀ ਖਪਤਕਾਰ ਨੂੰ 1% ਅਤੇ ਤੀਜੇ ਦਰਜੇ ਦੇ ਖਪਤਕਾਰ ਨੂੰ 0.1% ਊਰਜਾ ਮਿਲਦੀ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਭੋਜਨ ਲੜੀ ਦੇ ਸਭ ਤੋਂ ਉੱਪਰਲੇ ਖਪਤਕਾਰ ਨੂੰ ਸਭ ਤੋਂ ਘੱਟ ਊਰਜਾ ਮਿਲਦੀ ਹੈ। ਸੋ ਇਸ ਤਰ੍ਹਾਂ ਦੇ ਅਸੀਂ ਗ੍ਰਾਫ ਨੂੰ ਕੀ ਕਹਿ ਦਿੰਦੇ ਹਾਂ, ਆਹਾਰੀ ਪੱਧਰ। ਤੁਸੀਂ ਦੇਖੋ ਕਿ ਥੱਲੇ ਸਭ ਤੋਂ ਜ਼ਿਆਦਾ ਹੈ, ਜਿਸ ਤਰ੍ਹਾਂ ਤੀਜੇ ਖਪਤਕਾਰ ਤੱਕ ਜਾਂਦਾ ਉੱਪਰ ਜਾਂਦਾ ਹੈ ਊਰਜਾ ਕੀ ਆ ਘਟਦੀ ਜਾਂਦੀ ਹੈ। ਇਸ ਕਰਕੇ ਹੀ ਸਭ ਤੋਂ ਉੱਪਰਲਾ ਪਾਸਾ ਕੀ ਆ ਨੁਕੀਲਾ, ਤਲੜਾ ਪਾਸਾ ਕੀ ਆ ਬਹੁਤ ਵਾਸਟ ਹੈ, ਯਾਨੀ ਕਿ ਬਹੁਤ ਖੁੱਲ੍ਹਾ ਹੈ। ਇਹ ਕਾਰਨ ਇਹੀ ਆ ਕਿ ਊਰਜਾ ਜਿਹੜੀ ਸਭ ਤੋਂ ਜ਼ਿਆਦਾ ਕਿੱਥੇ ਬਣਦੀ ਹੈ, ਉਤਪਾਦਕ। ਜਿੱਦਾਂ ਜਿੱਦਾਂ ਫਿਰ ਅੱਗੇ ਅੱਗੇ ਵੱਧਦਾ ਜਾਂਦਾ ਹੈ ਭੋਜਨ ਲੜੀ ਦੇ ਵਿੱਚ, ਉੱਦਾਂ ਉੱਦਾਂ ਊਰਜਾ ਕੀ ਆ ਘਟਦੀ ਜਾਂਦੀ ਹੈ। ਇਸ ਚਿੱਤਰ ਵਿੱਚ ਕੁਛ ਜ਼ਿਆਦਾ ਨਹੀਂ ਹੈ, ਤੁਸੀਂ ਸਿਰਫ ਦੇਖ ਸਕਦੇ ਹੋ ਕਿ ਪਰਿਸਥਿਤਿਕ ਪ੍ਰਬੰਧ ਵਿੱਚ ਊਰਜਾ ਦੇ ਪ੍ਰਵਾਹ ਨੂੰ ਕਿਵੇਂ ਦਰਸਾਇਆ ਗਿਆ ਹੈ। ਸੂਰਜ ਦਾ ਪ੍ਰਕਾਸ਼ ਬਹੁਤ ਜ਼ਿਆਦਾ ਮਾਤਰਾ ਵਿੱਚ ਊਰਜਾ ਹੈ, ਫਿਰ ਉਤਪਾਦਕ ਘੱਟ ਮਾਤਰਾ ਵਿੱਚ, ਫਿਰ ਸ਼ਾਕਾਹਾਰੀ ਉਸ ਤੋਂ ਘੱਟ ਮਾਤਰਾ ਵਿੱਚ, ਮਾਸਾਹਾਰੀ ਤੇ ਸ਼ਿਖਰ ਮਾਸਾਹਾਰੀ। ਇਸ ਤਰ੍ਹਾਂ ਊਰਜਾ ਦਾ ਪ੍ਰਵਾਹ ਕੀ ਹੈ ਹੌਲੀ ਹੌਲੀ ਕਰਕੇ ਘਟਦਾ ਗਿਆ ਹੈ। ਬਸ ਤੁਸੀਂ ਇਸ ਗੱਲ ਨੂੰ ਹੀ ਇਸ ਚਿੱਤਰ ਵਿੱਚ ਨੋਟ ਕਰਨਾ ਹੈ। ਸੋ ਸਲਾਈਡ ਵੱਲ, ਓਜ਼ੋਨ ਲੇਅਰ ਐਂਡ ਇਟਸ ਡਿਪਲੀਸ਼ਨ। ਓਜ਼ੋਨ ਪਰਤ ਦਾ ਬਣਨਾ ਅਤੇ ਨਸ਼ਟ ਹੋਣਾ। ਤੁਹਾਨੂੰ ਪਤਾ ਹੀ ਹੈ, 9ਵੀਂ ਕਲਾਸ 'ਚ ਵੀ ਤੁਸੀਂ ਪੜ੍ਹਿਆ ਹੀ ਹੈ ਕਿ ਜੋ ਸਾਡੀ ਧਰਤੀ ਹੈ ਉਸ ਦੇ ਆਲੇ ਦੁਆਲੇ ਕੀ ਆ ਵਾਯੂਮੰਡਲ ਸਥਿਤ ਹੈ। ਸੋ ਵਾਯੂਮੰਡਲ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਲੇਅਰਸ ਹਨ ਜੋ ਅਸੀਂ 9ਵੀਂ ਕਲਾਸ ਵਿੱਚ ਬਹੁਤ ਵਧੀਆ ਪੜ੍ਹੀਆਂ ਹਨ। ਸੋ ਇਸ ਵਾਯੂਮੰਡਲ ਦੀ ਲੇਅਰ ਵਿੱਚ ਜੋ ਸਭ ਤੋਂ ਉੱਪਰਲੀ ਸਤਹ ਹੁੰਦੀ ਹੈ, ਲਗਭਗ 10 ਕਿਲੋਮੀਟਰ ਦੇ ਉੱਪਰ ਜਾ ਕੇ ਓਜ਼ੋਨ ਲੇਅਰ ਪ੍ਰੈਜ਼ੈਂਟ ਹੁੰਦੀ ਹੈ। ਸੋ ਅਗਰ ਮੈਂ ਗੱਲ ਕਰਾਂ ਓਜ਼ੋਨ ਲੇਅਰ ਦੀ ਤਾਂ ਇਹ ਬੇਸਿਕਲੀ ਨਾਮ ਤੋਂ ਹੀ ਕਨਫਰਮ ਹੈ। ਓਜ਼ੋਨ ਲੇਅਰ ਦਾ ਮਤਲਬ ਹੈ ਕਿ ਇਸ ਵਿੱਚ ਇੱਕ ਗੈਸ ਹੁੰਦੀ ਹੈ ਜਿਸ ਨੂੰ ਮੈਂ ਕਹਿੰਦਾ ਹਾਂ ਓਜ਼ੋਨ ਗੈਸ। ਸੋ ਜਿਹੜੀ ਓਜ਼ੋਨ ਹੈ, ਡੈਫੀਨੇਸ਼ਨ ਇਹਦੀ ਇੱਥੇ ਮੈਂ ਕੀ ਲਈ ਸੋ ਡੈਫੀਨੇਸ਼ਨ ਹੈ, ਓਜ਼ੋਨ ਇਜ਼ ਅ ਗੈਸ ਇਨ ਦਾ ਐਟਮੋਸਫੇਅਰ that protects everything living on the earth from harmful ultraviolet rays from the sun। ਅਸੀਂ ਇਹ ਸਾਰੇ ਜਾਣਦੇ ਹਾਂ ਕਿ ਜੋ ਸੂਰਜ ਦੀਆਂ ਪੈਰਾਵੈਂਗਣੀ ਕਿਰਨਾਂ ਹੁੰਦੀਆਂ ਹਨ ਉਹ ਸਾਡੀ ਸਰੀਰ ਵਾਸਤੇ ਵਧੀਆ ਨਹੀਂ ਹੁੰਦੀਆਂ ਹਨ। ਜੋ ਪੈਰਾਵੈਂਗਣੀ ਵਿਕਰਨਾਂ ਹਨ ਉਸ ਦੇ ਪ੍ਰਭਾਵ ਨਾਲ ਸਾਨੂੰ ਬਹੁਤ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਸੋ ਜੋ ਓਜ਼ੋਨ ਵਾਯੂਮੰਡਲ ਦੇ ਵਿੱਚ ਉਪਸਥਿਤ ਹੁੰਦੀ ਹੈ ਉਹ ਕੀ ਕਰਦੀ ਹੈ ਕਿ ਜੋ ਸੂਰਜ ਤੋਂ ਆਉਣ ਵਾਲੀਆਂ ਪੈਰਾਵੈਂਗਣੀ ਵਿਕਰਨਾਂ ਹਨ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ UV ਰੇਸ ਵੀ ਕਹਿ ਦਿੰਦੇ ਹਾਂ, ਅਲਟਰਾਵਾਇਲਟ ਰੇਡੀਏਸ਼ਨਸ, ਉਸ ਰੇਸ ਨੂੰ ਉਹ ਸੋਕ ਲੈਂਦੀਆਂ ਹਨ, ਜਿਸ ਕਰਕੇ ਕੀ ਹੁੰਦੀ ਹੈ ਜੋ ਸੂਰਜ ਦੀਆਂ ਵਿਕਰਨਾਂ ਹੁੰਦੀਆਂ ਹਨ ਉਹ ਸਿੱਧੀਆਂ ਧਰਤੀ ਤੱਕ ਨਹੀਂ ਪਹੁੰਚਦੀਆਂ। ਸੋ ਇੱਕ ਹਿਸਾਬ ਦੇ ਨਾਲ ਜੋ ਸਾਨੂੰ ਓਜ਼ੋਨ ਹੈ ਉਹ ਇਸ ਚੀਜ਼ ਤੋਂ ਬਚਾਉਂਦੀ ਹੈ। ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਓਜ਼ੋਨ ਲੇਅਰ ਕਿੱਥੇ ਪ੍ਰੈਜ਼ੈਂਟ ਹੁੰਦੀ ਹੈ। ਲੇਅਰ ਟ੍ਰੋਪੋਸਫੇਅਰ ਅਤੇ ਸਟ੍ਰੈਟੋਸਫੇਅਰ ਦੋ ਲੇਅਰ ਦੇ ਵਿੱਚ ਕੀ ਆ, ਓਜ਼ੋਨ ਲੇਅਰ ਲਗਭਗ 10 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਤੱਕ ਇਹ ਓਜ਼ੋਨ ਲੇਅਰ ਫੈਲੀ ਹੁੰਦੀ ਹੈ। ਸੋ ਅਗਲੀ ਸਲਾਈਡ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਬਣਦੀ ਕਿਵੇਂ ਹੈ ਅਤੇ ਨਸ਼ਟ ਕਿਵੇਂ ਹੁੰਦੀ ਹੈ, ਜੋ ਕਿ ਸਾਡਾ ਮੇਨ ਕੰਸਰਨਡ ਏਰੀਆ ਵੀ ਅੱਜ ਦੇ ਟਾਈਮ ਵਿੱਚ ਜੋ ਵਾਤਾਵਰਨ ਇੰਨਾ ਪ੍ਰਭਾਵਿਤ ਹੋ ਰਿਹਾ ਹੈ ਉਸ ਦੇ ਲਈ ਵੀ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਇਹ ਨਸ਼ਟ ਹੋ ਕਿਉਂ ਰਹੀ ਹੈ। ਸੋ ਪਹਿਲੀ ਸਲਾਈਡ ਵਿੱਚ ਤੁਸੀਂ ਦੇਖ ਸਕਦੇ ਹੋ
ਕਿ ਆਕਸੀਜਨ ਦਾ ਇੱਕ ਮੋਲੀਕਿਊਲ ਹੈ, ਜਦੋਂ ਉਸ 'ਤੇ ਯੂਵੀ ਰੇਸ ਦੀ ਕਿਰਨ ਪੈਂਦੀ ਹੈ ਤਾਂ ਉਹ ਦੋ ਅਲੱਗ-ਅਲੱਗ ਆਕਸੀਜਨ ਦੇ ਅਣੂਆਂ ਵਿੱਚ ਵਿਘਟਨ ਹੋ ਜਾਂਦਾ ਹੈ। ਦੇਖੋ O ਤੇ O। ਹੁਣ ਜਦੋਂ ਲੇਅਰਸ ਦੇ ਵਿੱਚ ਪ੍ਰੈਜ਼ੈਂਟ ਆਕਸੀਜਨ ਹੁੰਦੀ ਹੈ, ਜਦੋਂ ਉਹ ਆਕਸੀਜਨ ਐਟਮ ਉਹਦੇ ਨਾਲ ਮਿਲਦਾ ਹੈ ਤਾਂ ਫਿਰ ਕੀ ਬਣਦਾ ਹੈ? ਓਜ਼ੋਨ ਦਾ ਇੱਕ ਮੋਲੀਕਿਊਲ ਬਣਦਾ ਹੈ। ਇਸੇ ਤਰ੍ਹਾਂ ਹੀ ਯੂਵੀ ਰੇਸ ਓਜ਼ੋਨ ਤੇ ਪੈਂਦੀ ਹੈ, ਆਕਸੀਜਨ ਅਲੱਗ ਹੋ ਗਈ, ਆਕਸੀਜਨ ਮੋਲੀਕਿਊਲ ਇੱਕ ਪਾਸੇ ਨਿਕਲ ਗਿਆ, ਤੁਸੀਂ ਦੇਖ ਸਕਦੇ ਹੋ ਤੀਸਰੇ ਨੰਬਰ ਤੇ। ਇਸੇ ਤਰ੍ਹਾਂ ਹੀ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ ਅਤੇ ਓਜ਼ੋਨ ਲੇਅਰ ਬਣਦੀ ਰਹਿੰਦੀ ਹੈ। ਅਸੀਂ ਇਸ ਤਰ੍ਹਾਂ ਇਹ ਓਜ਼ੋਨ ਦੀ ਪਰਤ ਵਾਯੂਮੰਡਲ ਦੇ ਵਿੱਚ ਮੋਟੀ ਹੁੰਦੀ ਰਹਿੰਦੀ ਹੈ ਤਾਂ ਸਾਨੂੰ ਯੂਵੀ ਰੇਸ ਤੋਂ ਬਚਾਉਂਦੀ ਰਹਿੰਦੀ ਹੈ। ਪਰ ਕੁਛ ਟਾਈਮ ਤੋਂ ਕੀ ਹੋਇਆ ਕਿ ਰੈਫਰੀਜਰੇਟਰਾਂ ਦੇ ਵਧਣ ਕਰਕੇ, ਜਿੱਦਾਂ ਹੀ ਦੇਸ਼ ਵਿਕਸਿਤ ਹੋਣੇ ਸ਼ੁਰੂ ਹੋਏ, AC ਲੱਗਣੇ ਸ਼ੁਰੂ ਹੋ ਗਏ, ਫਾਇਰ ਐਕਸਟਿੰਗਰਸ ਬਣੇ, ਅਜਿਹੀਆਂ ਕਿਰਿਆਵਾਂ ਕਰਕੇ ਕੀ ਹੋਣ ਲੱਗ ਗਿਆ ਕਿ ਜਿਹੜੀ ਓਜ਼ੋਨ ਲੇਅਰ ਆ ਉਹ ਹੌਲੀ ਹੌਲੀ ਕਰਕੇ ਉਹਦੀ ਪਰਤ ਆ ਉਹ ਪਤਲੀ ਹੋਣੀ ਸ਼ੁਰੂ ਹੋ ਗਈ। ਉਹ ਪਤਲੀ ਹੁੰਦੀ ਹੋ ਕੇ ਇੰਨੀ ਪਤਲੀ ਹੋ ਗਈ ਕਿ ਉਸ ਦੇ ਵਿੱਚ ਕੀ ਆ, ਛੋਟੇ ਛੋਟੇ ਹੋਲ ਹੋਣੇ ਸ਼ੁਰੂ ਹੋ ਗਏ। ਸੋ ਇਹ ਕਿਉਂ ਹੁੰਦੇ ਨੇ? ਕਿਉਂਕਿ ਜੋ ਰੈਫਰੀਜਰੇਟਰਸ ਨੇ ਜਾਂ ACs ਨੇ, ਇਹਨਾਂ ਵਿੱਚੋਂ ਇੱਕ ਬਹੁਤ ਹੀ ਘਾਤਕ ਗੈਸ ਨਿਕਲਦੀ ਆ, ਉਸਨੂੰ ਅਸੀਂ ਕਹਿੰਦੇ ਹਾਂ ਕਲੋਰੋਫਲੋਰੋ ਕਾਰਬਨ। ਸੋ ਸ਼ੁਰੂ ਵਿੱਚ ਤਾਂ ਘੱਟ ਸੀ, ਰੈਫਰੀਜਰੇਟਰ ਇੰਨਾ ਕਦੀ ਨੋਟ ਨਹੀਂ ਹੋਇਆ, ਲੇਕਿਨ 1987 ਤੋਂ ਬਾਅਦ ਜਦੋਂ ਦੇਖਿਆ ਕਿ ਇਸ ਦਾ ਜੋ ਨੁਕਸਾਨ ਹੈ ਜ਼ਿਆਦਾ ਹੋਣ ਲੱਗ ਪਿਆ ਹੈ, ਤਾਂ ਫਿਰ ਇਸ ਚੀਜ਼ ਨੂੰ ਵਿਗਿਆਨੀਆਂ ਨੇ ਨੋਟ ਕਰਨਾ ਸ਼ੁਰੂ ਕੀਤਾ। ਇਸ ਚੀਜ਼ ਦੇ ਉੱਪਰ ਜਦੋਂ ਰਿਸਰਚ ਕੀਤੀ ਤਾਂ ਇੱਕ ਗੱਲ ਦਾ ਪਤਾ ਲੱਗਾ, ਬੱਚੇ ਦੂਸਰੀ ਸਲਾਈਡ ਵਿੱਚ ਧਿਆਨ ਨਾਲ ਦੇਖਣ, ਕਿ ਯੂਵੀ ਰੇਸ ਉਹ ਜਦੋਂ ਕਲੋਰੋਫਲੋਰੋ CFC ਮੋਲੀਕਿਊਲ ਲਿਖਿਆ ਹੈ, ਕਲੋਰੋਫਲੋਰੋ ਕਾਰਬਨ ਮੋਲੀਕਿਊਲਸ, ਜਦੋਂ ਯੂਵੀ ਰੇਸ ਕਲੋਰੋਫਲੋਰੋ ਕਾਰਬਨ ਮੋਲੀਕਿਊਲ ਦੇ ਵਿੱਚ ਉੱਪਰ ਪੈਂਦੀ ਹੈ ਤਾਂ ਉਹ ਕੀ ਕਰਦੀ ਹੈ ਕਿ ਕਲੋਰੀਨ ਨੂੰ ਉਹਦੇ ਨਾਲੋਂ ਤੋੜ ਦਿੰਦੀ ਹੈ। ਤੁਸੀਂ ਦੇਖੋ ਕਿ ਇੱਕ ਪਾਸੇ Cl ਲਿਖਿਆ ਹੋਇਆ, ਇੱਕੋ ਹੀ ਹੈ ਐਟਮ, ਕਲੋਰੀਨ ਐਟਮ ਨੂੰ ਤੋੜ ਦਿੰਦੀ ਹੈ। ਤਾਂ ਜਿਹੜਾ ਕਲੋਰੀਨ ਐਟਮ ਟੁੱਟਦਾ ਹੈ ਉਹ ਕੀ ਕਰਦਾ ਹੈ? ਉਹ ਕਲੋਰੀਨ ਐਟਮ ਜਿਹੜਾ ਟੁੱਟਦਾ ਹੈ ਉਹ ਓਜ਼ੋਨ ਮੋਲੀਕਿਊਲ ਦੇ ਨਾਲ, ਦੇਖ ਲਓ ਡਾਇਗਰਾਮ ਦੇ ਵਿੱਚ ਲਿਖਿਆ ਹੈ, ਮਿਲ ਕੇ ClO ਬਣਾ ਦਿੰਦਾ ਹੈ, ਕਲੋਰੀਨ ਮੋਨੋਆਕਸਾਈਡ, ਅਤੇ ਆਕਸੀਜਨ ਦਾ ਮੋਲੀਕਿਊਲ ਕੀ ਉਸ ਤੋਂ ਅਲੱਗ ਹੋ ਗਿਆ। ਇਸੇ ਤਰ੍ਹਾਂ ਹੀ ਉਹ ਟੁੱਟਦਾ ਜਾਵੇਗਾ, ਅਲੱਗ-ਅਲੱਗ ਓਜ਼ੋਨ ਮੋਲੀਕਿਊਲ ਦੇ ਨਾਲ ਜੁੜਦਾ ਜਾਵੇਗਾ। ਇਸ ਤਰ੍ਹਾਂ ਕੀ ਆ, ਪਰਤ ਹੌਲੀ ਹੌਲੀ ਕਰਕੇ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕਈ ਜਗ੍ਹਾ ਤੋਂ ਹੋਲ ਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਸੋ ਜਦੋਂ ਹੋਲ ਹੋ ਜਾਂਦੇ ਹਨ ਤਾਂ ਯੂਵੀ ਰੇਸ ਕੀ ਆ, ਡਾਇਰੈਕਟ ਆਉਣੀਆਂ ਧਰਤੀ 'ਤੇ ਸ਼ੁਰੂ ਹੋ ਜਾਂਦੀਆਂ ਹਨ। ਅਗਲੀ ਸਲਾਈਡ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਉਹ ਧਰਤੀ 'ਤੇ ਆਉਂਦੀਆਂ ਹਨ ਅਤੇ ਕਿਸ ਤਰ੍ਹਾਂ ਇਹ ਲੇਅਰਸ ਵਗੈਰਾ ਨਸ਼ਟ ਹੁੰਦੀਆਂ ਹਨ। ਸੋ ਇਸ ਸਲਾਈਡ ਦੇ ਵਿੱਚ ਦੇਖ ਸਕਦੇ ਹੋ ਲਿਖਿਆ ਹੈ ਓਜ਼ੋਨ ਡਿਪਲੀਸ਼ਨ, ਕਿ ਉੱਥੇ ਜਿਹੜੀ ਟੁੱਟਣੀ ਸ਼ੁਰੂ ਹੋ ਗਈ ਹੈ, ਅਤੇ ਇਹਦੇ ਵਿੱਚ ਕੀ ਆ ਵੀ ਨੇ ਸੋ ਇੱਕ ਵਾਰੀ ਜੇ ਪੁੱਜ ਜਾਂਦੀਆਂ ਹਨ ਤਾਂ ਸਾਡੇ ਸਰੀਰ ਵਾਸਤੇ ਘਾਤਕ ਸਿੱਧ ਹੋ ਸਕਦੀਆਂ ਹਨ। ਇਸ ਨਾਲ ਸਾਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਹ ਪੌਦਿਆਂ ਵਾਸਤੇ ਬੜੀ ਖਤਰਨਾਕ ਹੈ। ਚਮੜੀ ਦੇ ਰੋਗ ਹੋ ਸਕਦੇ ਹਨ, ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਸੋ ਅਲੱਗ-ਅਲੱਗ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਅਸੀਂ ਸੱਦਾ ਦਿੰਦੇ ਹਾਂ। ਸੋ ਪਿਆਰੇ ਬੱਚਿਓ, ਇਸ ਗੱਲ ਦਾ ਖਿਆਲ ਕਿ ਵਾਯੂਮੰਡਲ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਜਦੋਂ ਵਾਯੂਮੰਡਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਹ ਮਨੁੱਖ ਦੇ ਪ੍ਰਤੀ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ। ਸੋ ਸਾਨੂੰ ਆਪਣੇ ਵਾਤਾਵਰਨ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣਾ ਚਾਹੀਦਾ ਹੈ। ਸੋ ਬੱਚਿਓ, ਇਹ ਸੀ ਓਜ਼ੋਨ ਪਰਤ ਦਾ ਬਣਨਾ ਅਤੇ ਨਸ਼ਟ ਹੋਣਾ ਅਤੇ ਇਸ ਦੇ ਪੈਣ ਵਾਲੇ ਪ੍ਰਭਾਵ। ਤੁਸੀਂ ਆਪਣੀ ਕਿਤਾਬ ਵਿੱਚ ਦੇਖ ਸਕਦੇ ਹੋ ਕਿ ਉਸਨੇ ਇੱਕ ਟੌਪਿਕ ਬਣਾ ਕੇ ਇਸ ਨੂੰ ਡਿਸਕ੍ਰਾਈਬ ਕੀਤਾ ਹੋਇਆ ਹੈ। 1987 ਦੇ ਵਿੱਚ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ, ਜਿਹਨੂੰ ਅਸੀਂ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਜਾਂ UNEP ਵਿੱਚ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਜਿਹਦੇ ਵਿੱਚ ਕਲੋਰੋਫਲੋਰੋ ਕਾਰਬਨ ਦੇ ਉਤਪਾਦਨ ਨੂੰ ਸੀਮਤ ਰੱਖਣ ਦਾ ਫੈਸਲਾ ਕੀਤਾ ਗਿਆ। ਸੋ ਸੰਯੁਕਤ ਰਾਸ਼ਟਰ ਵੱਲੋਂ ਬਹੁਤ ਵੱਡੀ ਪਹਿਲ ਸੀ, ਜਿਸ ਕਰਕੇ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ। ਸੋ ਪਿਆਰੇ ਬੱਚਿਓ, ਇਹ ਤੁਹਾਡਾ 15ਵਾਂ ਚੈਪਟਰ ਸੀ, ਸਾਡਾ ਵਾਤਾਵਰਨ। ਅਗਰ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦਾ ਹੋਵੇ ਤਾਂ ਇਸ ਵੀਡੀਓ ਦੇ ਥੱਲੇ ਕਮੈਂਟ ਵਿੱਚ ਉਹ ਪ੍ਰਸ਼ਨ ਲਿਖ ਸਕਦਾ ਹੈ